ਤੇ ਇਹ ਵੀ ਹੋ ਸਕਦਾ ਹੈ ਸਾਡੇ ਅੰਦਰ ਵੀ ਐਸੀ ਨਿਮਰਤਾ ਭਾਵ ਆ ਸਕਦੀ ਹੈ, ਪਰ ਹੈ ਬੜਾ ਮੁਸ਼ਕਿਲ ਕੰਮ, ਬੜੀ ਔਖੀ ਘਾਟੀ ਹੈ, ਬੜੀ ਸਿੱਧੀ ਚੜ੍ਹਾਈ ਹੈ ਜਿਹਦੇ ਉੱਤੇ ਚੜ੍ਹਨਾ ਬਹੁਤ ਹੀ ਮੁਸ਼ਕਿਲ ਹੈ, ਪਰ ਨਾਮੁਮਕਿਨ ਨਹੀਂ ਹੈ। ਜਦੋਂ ਗੁਰੂ ਦੇ ਸ਼ਬਦ ਦੀ ਟੇਕ ਲਵਾਂਗੇ ਨਾਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ। ਤੇ ਜਦੋਂ ਗੁਰੂ ਦੇ ਹਿਰਦੇ ਉੱਤੇ ਚੋਟ ਮਾਰੀ ਬਾਬਾ ਰਾਮ ਰਾਏ ਨੇ ਕਹਿ ਦਿੱਤਾ ਮੁਸਲਮਾਨ ਦੀ ਥਾਂ ਤੇ ਬੇਈਮਾਨ, ਉਸ ਵੇਲੇ ਗੁਰੂ ਸਾਹਿਬ ਨੇ ਨਹੀਂ ਸੀ ਬਖਸ਼ਿਆ, ਕਿਉਂਕਿ ਸ਼ਬਦ ਦੇ ਉੱਤੇ ਚੋਟ ਆਈ। ਸ਼ਬਦ ਦੇ ਉੱਤੇ ਜਦੋਂ ਚੋਟ ਕੀਤੀ, ਚਾਹੇ ਗੁਰੂ ਪੁੱਤਰ ਸੀ, ਗੁਰੂ ਸਾਹਿਬ ਨੇ ਨਹੀਂ ਬਖਸ਼ਿਆ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਉਸੇ ਵੇਲੇ ਹੁਕਮਨਾਮਾ ਜਾਰੀ ਕਰ ਦਿੱਤਾ, ਕਹਿ ਦਿੱਤਾ ਵੀ ਜਾਓ ਰਾਮ ਰਾਏ ਨੂੰ ਕਹਿ ਦਿਓ ਸਾਡੇ ਮੱਥੇ ਨਾ ਲੱਗੇ, ਗੁਰੂ ਘਰ ਦੇ ਵਿੱਚ ਉਹਦੇ ਵਾਸਤੇ ਕੋਈ ਅਸਥਾਨ ਨਹੀਂ ਹੈ, ਗੁਰੂ ਘਰ ਦੇ ਵਿੱਚ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਹੈ, ਤੇ ਗੁਰੂ ਘਰ ਦੇ ਵਿੱਚੋਂ ਉਹਨੂੰ ਸਦਾ ਵਾਸਤੇ ਛੇਕ ਦਿੱਤਾ ਗਿਆ। ਸ਼ਬਦ ਦੇ ਉੱਤੇ ਚੋਟ ਗੁਰੂ ਨੇ ਕਦੀ ਵੀ ਨਹੀਂ ਸਹਾਰੀ, ਪਰ ਅੱਜ ਬਹੁਤ ਸਾਰੇ ਲੋਕ ਸਿੱਖ ਬਾਣੇ ਦੇ ਵਿੱਚ ਰਹਿ ਕੇ ਗੁੱਜੀ ਗੁੱਜੀ ਮਾਰ ਸ਼ਬਦ ਨੂੰ ਚੋਟ ਪਹੁੰਚਾ ਰਹੇ ਨੇ। ਇੱਕ ਵਾਰੀ ਅਖਬਾਰ 'ਚ ਪੜ੍ਹਿਆ ਸੀ ਵੀ ਚੀਨ ਦੇ ਵਿੱਚ ਇੱਕ ਛੁਰੀ ਐਸੀ ਬਣੀ ਹੈ, ਬੰਦੇ ਨੂੰ ਛੁਰੀ ਮਾਰ ਦੋ, ਛੁਰੀ ਬਾਹਰ ਕੱਢ ਲਓ, ਬਾਹਰੋਂ ਜ਼ਖਮ ਭਰ ਜਾਏਗਾ, ਅੰਦਰੋਂ ਜ਼ਖਮ ਨਹੀਂ ਭਰੇਗਾ, ਉਹ ਖੂਨ ਰਿਸਦਾ ਰਹੇਗਾ, ਹੌਲੀ 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 ਬੰਦਾ ਖਤਮ ਹੋ ਜਾਏਗਾ। ਐਸੇ ਲੋਕ ਕਈ ਬਾਣਾ ਪਾ ਕੇ ਤੇ ਅੰਦਰੋਂ ਅੰਦਰੀ ਸ਼ਬਦ ਨੂੰ ਚੋਟ ਪਹੁੰਚਾ ਰਹੇ ਨੇ, ਬਾਣੀ ਨੂੰ ਚੋਟ ਪਹੁੰਚਾ ਰਹੇ ਨੇ, ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗ ਰਿਹਾ। ਪਰ ਗੁਰੂ ਕੇ ਸਿੱਖ ਨੇ ਜਾਗਰੂਕ ਰਹਿਣਾ ਹੈ, ਸੁਚੇਤ ਰਹਿਣਾ ਹੈ ਐਸੇ ਲੋਕਾਂ ਕੋਲੋਂ ਵੀ ਕਿਤੇ ਬਾਣੇ ਦੇ ਵਿੱਚ ਆ ਕੇ ਤੇ ਕਿਤੇ ਸ਼ਬਦ ਨੂੰ ਚੋਟ ਤੇ ਨਹੀਂ ਇਹ ਮਨੁੱਖ ਪਹੁੰਚਾ ਰਿਹਾ। ਗੁਰੂ ਕੇ ਸਿੱਖ ਨੇ ਹਮੇਸ਼ਾ ਜਾਗਰਤ ਰਹਿਣਾ ਹੈ। ਗੁਰੂ ਕੀਆਂ ਸਾਖੀਆਂ ਜਦੋਂ ਪੜ੍ਹੀਏ, ਬਹੁਤ ਸਾਰੀਆਂ ਐਸੀਆਂ ਸਾਖੀਆਂ ਨੇ ਜਿੱਥੋਂ ਸਾਨੂੰ ਇਹ ਉਪਦੇਸ਼ ਮਿਲਦਾ ਕਿ ਗੁਰੂ ਸਾਹਿਬ ਨੇ ਕਿੰਨੀ ਵਾਰੀ ਸਾਨੂੰ ਬਹੁਤ ਵਾਰੀ ਜਗਾਇਆ ਹੈ। ਜਦੋਂ ਗੁਰੂ ਸਾਹਿਬ ਨੇ ਵੇਦਵੇ ਪੰਡਤ ਨੂੰ ਦਾਨ ਦੇ ਦਿੱਤਾ ਸੀ, ਉਦੋਂ ਵੀ ਇੱਕ ਜਾਗਰਤਾ ਵੇਖਣ ਵਾਲੀ ਗੱਲ ਸੀ ਕਿ ਸਿੱਖ ਜਾਗਰਤ ਹੋਏ ਕਿ ਸੁੱਤੇ ਹੀ ਪਏ ਆ। ਤੇ ਜਦੋਂ ਦਾਦੂ ਦੁਆਰੇ ਤੀਰ ਦੇ ਨਾਲ ਤੀਰ ਝੁਕਾ ਦਿੱਤਾ ਸੀ ਦਾਦੂ ਦੀ ਕਬਰ ਤੇ, ਉਸ ਵੇਲੇ ਵੀ ਇੱਕ ਪ੍ਰੀਖਿਆ ਸੀ ਸਿੱਖਾਂ ਦੀ, ਬਈ ਸਿੱਖ ਜਾਗਰਤ ਨੇ ਕਿ ਸੁੱਤੇ ਹੀ ਪਏ ਆ। ਤੇ ਸਿੱਖ ਜਾਗਰਤ ਸੀਗੇ, ਜਾਗੇ ਹੋਏ ਸੀ। ਸਤਿਗੁਰਾਂ ਦੀ ਬਾਹ ਫੜ ਲਈ, ਕਹਿਣ ਲੱਗੇ ਸਤਿਗੁਰੂ ਆਪ ਤੇ ਕਹਿੰਦੇ ਹੋ ਗੋਰਮੜੀ ਮੱਟ ਭੂਲ ਨਾ ਮਾਨੇ, ਤੁਸੀਂ ਇਹ ਕੀ ਕੀਤਾ? ਸਤਿਗੁਰਾਂ ਕਿਹਾ ਤਨਖਾਹ ਲਾਓ। ਗੁਰੂ ਸਾਹਿਬ ਨੇ ਤਨਖਾਹ ਲਵਾਈ। ਅੱਜ ਤੇ ਅਸੀਂ ਕਈ ਵਾਰ ਭੱਜ ਜਾਂਦੇ ਆ ਤਨਖਾਹ ਲਵਾਉਣ ਤੋਂ, ਪਰ ਇਹ ਵੀ ਸਿੱਖਣ ਵਾਲੀ ਗੱਲ ਹੈ ਵੀ ਜੇ ਗਲਤੀ ਹੋ ਗਈ ਹੈ ਤੇ ਤਨਖਾਹ ਲਵਾ ਕੇ ਖਿਮਾ ਕਰਾ ਲਈਏ। ਉੱਥੇ ਕਿਹੜੀ ਵੀ ਫਾਂਸੀ ਲੱਗਣੀ, ਸੇਵਾ ਹੀ ਮਿਲਣੀ ਹੈ, ਤੇ ਸੇਵਾ ਦੇ ਨਾਲ ਹੋਰ ਵੀ ਭਾਗ ਜਾਗ ਪੈਣਗੇ। ਕਦੀ ਵੀ ਸੇਵਾ ਲਵਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਕਿਉਂਕਿ ਮਨੁੱਖ ਜਿਹੜਾ ਹੈ ਉਹ ਗਲਤੀਆਂ ਦਾ ਪੁਤਲਾ ਹੈ। ਹਰ ਇੱਕ ਕੋਈ ਵੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਬਈ ਮੈਂ ਕਦੀ ਜ਼ਿੰਦਗੀ 'ਚ ਗਲਤੀ ਨਹੀਂ ਕੀਤੀ। ਹਰ ਬੰਦਾ ਗਲਤੀ ਕਰਦਾ, ਹਰ ਬੰਦਾ ਗਲਤੀਆਂ ਦਾ ਪੁਤਲਾ ਹੈ। ਤੇ ਜੇ ਗਲਤੀ ਕੀਤੀ ਹੈ ਤੇ ਖਿਮਾ ਮੰਗਣ ਦੀ, ਗੁਰੂ ਸਾਹਿਬ ਕਹਿੰਦੇ ਨੇ ਮੇਰੇ ਕੋਲੋਂ ਖਿਮਾ ਮੰਗ ਲਓ, ਮੈਂ ਤੁਹਾਨੂੰ ਖਿਮਾ ਕਰਨ ਵਾਸਤੇ ਤਿਆਰ ਹਾਂ। ਜਦੋਂ ਗੁਰਤਾ ਗੱਦੀ ਦੇਣ ਦੀ ਗੱਲ ਆਈ ਸੀ ਨਾ, ਤੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਕਿ ਦੋਨੋਂ ਹੀ ਪੁੱਤਰ ਤੁਹਾਡੇ ਬਾਣੀ ਪੜ੍ਹਦੇ ਆ, ਤੇ ਗੁਰੂ ਸਾਹਿਬ ਨੇ ਇੱਕ ਸੂਈ ਦਿੱਤੀ ਸੀ ਉਸ ਵੇਲੇ, ਤੇ ਸੂਈ ਦੇ ਕੇ ਕਿਹਾ ਸੀ ਦੋਨੋਂ ਹੀ ਪੁੱਤਰ ਜਿਸ ਪੀੜੇ ਦੇ ਉੱਤੇ, ਜਿਸ ਤਰ੍ਹਾਂ ਪੋਥੀ ਸਾਹਿਬ ਇਹ ਲੱਕੜ ਦੇ ਪੀੜੇ ਦੇ ਉੱਤੇ ਬਿਰਾਜਮਾਨ ਹੈ ਜਿੱਥੋਂ ਅਸੀਂ ਕਥਾ ਕਰਦੇ ਹਾਂ, ਪੀੜੇ ਦੇ ਉੱਤੇ ਪੋਥੀਆਂ ਨੇ, ਦੋਨੋਂ ਹੀ ਪੁੱਤਰ ਬਾਣੀ ਪੜ੍ਹ ਰਹੇ ਨੇ। ਗੁਰੂ ਸਾਹਿਬ ਨੇ ਸੂਈ ਦਿੱਤੀ ਵੀ ਜਾਓ ਸੂਈ ਝਬੋ ਕੇ ਵੇਖੋ। ਜਿਸ ਪੀੜੇ ਦੇ ਉੱਤੇ ਪੋਥੀ ਰੱਖ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਬਾਣੀ ਪੜ੍ਹਦੇ ਸੀ, ਉਸ ਪੀੜੇ ਦੇ ਪਾਵੇ ਦੇ, ਲੱਕੜ ਦੇ ਪਾਵੇ ਦੇ ਵਿੱਚ ਸੂਈ ਖਬੋਈ ਤੇ ਸੂਈ ਖੁੱਭ ਗਈ ਜਿਵੇਂ ਰਬੜ ਦਾ ਪਾਵਾ ਹੋਵੇ। ਬਾਣੀ ਬਾਬਾ ਰਾਮ ਰਾਏ ਜੀ ਵੀ ਪੜ੍ਹਦੇ ਨੇ, ਬਾਣੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਵੀ ਪੜ੍ਹਦੇ ਨੇ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਐਸੇ ਭਿੱਜ ਕੇ ਬਾਣੀ ਪੜ੍ਹਦੇ ਨੇ ਕਿ ਉਹਨਾਂ ਦੇ ਅੰਦਰ ਇਤਨੀ ਸਮਰੱਥਾ ਆ ਗਈ ਹੈ, ਪੱਥਰਾਂ ਨੂੰ ਵੀ ਮੋਮ ਕਰ ਦਿੰਦੇ ਨੇ, ਲੱਕੜ ਵੀ ਮੋਮ ਬਣ ਗਈ ਹੈ। ਇਤਨੀ ਸ਼ਰਧਾ
ਇਤਨੀ ਭਾਵਨਾ ਦੇ ਨਾਲ ਬਾਣੀ ਪੜ੍ਹਦੇ ਨੇ। ਇਹੀ ਭਾਵਨਾ ਸਾਡੇ ਅੰਦਰ ਵੀ ਜਾਗਰਤ ਹੋਣੀ ਚਾਹੀਦੀ ਹੈ। ਜਿਸ ਦਿਨ ਉਹ ਭਾਵਨਾ ਆ ਗਈ ਉਸ ਦਿਨ ਫਿਰ ਗੱਲ ਬਣ ਜਾਏਗੀ, ਉਸ ਦਿਨ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਜਾਵਾਂਗੇ। ਇਤਨੇ ਭਿੱਜ ਕੇ ਬਾਣੀ ਪੜ੍ਹਦੇ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ। ਪੱਥਰਾਂ ਨੂੰ ਮੋਮ ਕਰ ਦਿੰਦੇ ਨੇ, ਲੱਕੜ ਨੂੰ ਮੋਮ ਕਰ ਦਿੰਦੇ ਨੇ। ਤੇ ਜਦੋਂ ਗੁਰਤਾ ਗੱਦੀ ਤੇ ਬੈਠੇ ਨੇ, ਦਿੱਲੀ ਕੀਆਂ ਸੰਗਤਾਂ ਨੇ ਜਦੋਂ ਬੇਨਤੀ ਕੀਤੀ, ਦਿੱਲੀ ਪਹੁੰਚੇ ਨੇ। ਇਸੇ ਹੀ ਪਾਵਨ ਸਥਾਨ ਤੇ ਗੁਰਦੁਆਰਾ ਬੰਗਲਾ ਸਾਹਿਬ, ਪਹਿਲਾਂ ਖਾਲੀ ਬੰਗਲਾ ਸੀ ਤੇ ਜਦੋਂ ਗੁਰੂ ਕੇ ਚਰਨ ਪਏ ਨਾ, ਫਿਰ ਗੁਰਦੁਆਰਾ ਬੰਗਲਾ ਸਾਹਿਬ ਬਣ ਗਿਆ। ਜਿਹੜੀ ਜਿਹੜੀ ਚੀਜ਼ ਨਾਲ ਗੁਰੂ ਜੁੜ ਜਾਂਦੇ ਆ, ਰੁਮਾਲਾ ਦੁਕਾਨ ਤੇ ਪਿਆ ਰੁਮਾਲਾ ਹੀ ਹੈ, ਜਦੋਂ ਗੁਰੂ ਸਾਹਿਬ ਤੇ ਉੱਤੇ ਚੜ੍ਹਦਾ ਹੈ ਤੇ ਉਸ ਵੇਲੇ ਰੁਮਾਲਾ ਸਾਹਿਬ। ਚਵਰ ਗੁਰੂ ਸਾਹਿਬ ਦੇ ਸੀਸ ਉੱਤੇ ਝੁਲਦਾ ਹੈ, ਚਵਰ ਸਾਹਿਬ, ਪਾਲਕੀ ਸਾਹਿਬ, ਭਾਈ ਸਾਹਿਬ। ਆਮ ਮਨੁੱਖ ਨੂੰ ਸਾਹਿਬ ਕਰਕੇ ਨਹੀਂ ਬੁਲਾਇਆ ਜਾਂਦਾ, ਪਰ ਗ੍ਰੰਥੀ ਸਿੰਘ ਗੁਰੂ ਕੀ ਹਜ਼ੂਰੀ ਵਿੱਚ ਜਦੋਂ ਬੈਠਦਾ ਉਹਨੂੰ ਭਾਈ ਸਾਹਿਬ ਕਰਕੇ ਮੁਖਾਤਬ ਕੀਤਾ ਜਾਂਦਾ। ਸਾਹਿਬੀ ਗੁਰੂ ਦੇ ਨਾਲ, ਮਾੜਾ ਜਿਹਾ ਵੀ ਗੁਰੂ ਦੇ ਨਾਲ ਜੁੜ ਜਾਈਏ ਤੇ ਸਾਹਿਬੀ ਹਾਸਲ ਹੋ ਜਾਂਦੀ ਹੈ। ਇਤਨੀ ਬਖਸ਼ਿਸ਼ ਹੈ। ਅਸੀਂ ਹੋਰ ਪਾਸੇ ਭਟਕਣਾ ਵਿੱਚ ਪਏ ਰਹਿੰਦੇ ਆ ਬਈ। ਜੋ ਅੱਜ ਗੌਂਡ ਰਾਗ ਦੇ ਵਿੱਚ ਕਬੀਰ ਸਾਹਿਬ ਦਾ ਸ਼ਬਦ ਹੈ ਨਾ ਕਿ ਸਦੀਵੀ ਸੁੱਖ ਜਿਹੜਾ ਹੈ ਉਹ ਗੁਰੂ ਕੋਲੋਂ ਮਿਲਣਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਉਹ ਸਦੀਵੀ ਸੁੱਖ ਮਿਲਣਾ ਹੈ। ਤੇ ਜਦੋਂ ਔਰੰਗਜ਼ੇਬ ਆਇਆ, ਔਰੰਗਜ਼ੇਬ ਚਾਹੇ ਕਿਤਨਾ ਵੀ ਕੱਟੜ ਸੀ, ਪਰ ਉਹਨੂੰ ਪਤਾ ਸੀ ਕਿ ਇਹ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਆਏ ਨੇ, ਮੈਂ ਉਹਨਾਂ ਦੇ ਦਰਸ਼ਨ ਕਰ ਲਵਾਂ, ਮੇਰੇ ਕੁਝ ਪਾਪ ਘਟ ਜਾਣਗੇ। ਪਰ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਹੋਇਆ ਸੀ, ਨੈ ਮਲੇਸ਼ ਕੋ ਦਰਸ਼ਨ ਦੇ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕਿਹਾ, ਨਹੀਂ, ਅਸੀਂ ਇਸ ਦੁਸ਼ਟ ਬਾਦਸ਼ਾਹ ਨੂੰ ਦਰਸ਼ਨ ਨਹੀਂ ਦੇਣੇ, ਕਿਉਂਕਿ ਇਹ ਗੁਰੂ ਘਰ ਦੇ ਅੰਦਰ ਪਾੜ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਕਿਉਂਕਿ ਰਾਮ ਰਾਏ ਨੂੰ ਹਲਾਸ਼ੇਰੀ ਦੇ ਰਿਹਾ ਸੀ ਔਰੰਗਜ਼ੇਬ, ਚੁੱਕਣਾ ਦੇ ਰਿਹਾ ਸੀ ਵੀ ਗੁਰਤਾ ਗੱਦੀ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਕੋ ਖੋ ਕੇ ਤੁਹਾਨੂੰ ਦਵਾ ਦੇਵਾਂਗੇ। ਗੁਰੂ ਸਾਹਿਬ ਕਹਿਣ ਲੱਗੇ, ਪਾਪੀ ਬੰਦੇ ਨੂੰ ਅਸੀਂ ਦਰਸ਼ਨ ਨਹੀਂ ਦੇਣਾ। ਤੇ ਫਿਰ ਦੇਖੋ ਔਰੰਗਜ਼ੇਬ ਕਹਿਣ ਲੱਗਾ, ਮੇਰੇ ਵਾਸਤੇ ਕੁਝ ਬਚਨ ਹੀ ਕਰ ਦਿਓ। ਗੁਰੂ ਸਾਹਿਬ ਕਹਿਣ ਲੱਗੇ ਫਿਰ ਬਚਨ। ਹੁਣ ਉਹਦਾ ਕਾਰਨ ਪਤਾ ਕੀ ਸੀ? ਉਹ ਚਾਹੁੰਦਾ ਸੀ ਕਿ ਮੈਂ ਬਹੁਤ ਵੱਡਾ ਰਾਜਾ ਹਾਂ, ਮੇਰਾ ਬਹੁਤ ਵੱਡਾ ਰਾਜ ਫੈਲਿਆ, ਸ਼ਾਇਦ ਗੁਰੂ ਸਾਹਿਬ ਮੇਰੇ ਵਾਸਤੇ ਮੇਰੀ ਵਡਿਆਈ ਦੇ ਕੋਈ ਬਚਨ ਬੋਲਣਗੇ। ਪਰ ਗੁਰੂ ਕੇ ਪਿਆਰਿਓ, ਜਿਹੜਾ ਬੰਦਾ ਲੋੜਵੰਦ ਹੁੰਦਾ ਹੈ ਨਾ, ਉਹ ਖੁਸ਼ਾਮਦੀ ਹੁੰਦਾ ਹੈ। ਜਿਹੜਾ ਬੇਪਰਵਾਹ ਹੈ, ਜਿਹੜਾ ਆਪ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ, ਉਹ ਕਿਸੇ ਦੀ ਖੁਸ਼ਾਮਦ ਕਿਉਂ ਕਰੇਗਾ? ਲੋੜਵੰਦ ਬੰਦਾ ਖੁਸ਼ਾਮਦੀ ਕਰੇਗਾ ਤੇ ਈਰਖਾਲੂ ਬੰਦਾ ਜਿਹੜਾ ਹੈ ਉਹ ਨਿੰਦਿਆ ਕਰੇਗਾ। ਪਰ ਗੁਰੂ ਤੇ ਦਰਪਣ ਹੈ, ਸ਼ੀਸ਼ਾ। ਗੁਰੂ ਦੇ ਕੋਲ ਕੋਈ ਜਾਂਦਾ ਹੈ, ਗੁਰੂ ਸ਼ੀਸ਼ਾ ਹੈ, ਉਹਨੂੰ ਉਹਦਾ ਚਿਹਰਾ ਵਿਖਾ ਦਿੰਦਾ ਹੈ। ਭਾਈ ਗੁਰਦਾਸ ਜੀ ਨੇ ਸਪਸ਼ਟ ਕਰਕੇ ਲਿਖਿਆ ਹੈ ਕਿ ਜਦੋਂ ਗੁਰੂ ਦੇ ਕੋਲ ਕੋਈ ਜਾਂਦਾ ਹੈ, ਕੋਈ ਵੀ, ਤੇ ਗੁਰੂ ਸਾਹਿਬ ਉਹਨੂੰ ਸ਼ੀਸ਼ੇ ਦੀ ਤਰ੍ਹਾਂ, ਜਿਵੇਂ ਸ਼ੀਸ਼ੇ ਵਿੱਚ ਜੈਸੀ ਸਾਡੀ ਸ਼ਕਲ ਹੈ, ਉਹ ਹੂ ਬਹੂ ਸ਼ੀਸ਼ਾ ਸਾਨੂੰ ਵਿਖਾ ਦਿੰਦਾ ਹੈ। ਤੇ ਗੁਰੂ ਦੇ ਕੋਲ ਵੀ ਜਦੋਂ ਕੋਈ ਜਾਂਦਾ ਹੈ ਤੇ ਗੁਰੂ ਉਹਨੂੰ ਸ਼ੀਸ਼ੇ ਦੀ ਤਰ੍ਹਾਂ ਉਹਦਾ ਸਾਰਾ ਨਕਸ਼ਾ ਖਿੱਚ ਕੇ ਵਿਖਾ ਦਿੰਦਾ ਹੈ। ਭਾਈ ਤੇਰੇ ਅੰਦਰ ਕੀ ਹੈ, ਕੀ ਰੋਗ ਤੇਰੇ ਅੰਦਰ ਹੈ, ਕੈਸਾ ਤੇਰਾ ਚਿਹਰਾ ਹੈ, ਕੈਸਾ ਤੇਰਾ ਸੁਭਾਵ ਹੈ, ਕੀ ਤੇਰੇ ਅੰਦਰ ਭਰਿਆ, ਉਹ ਸਾਰਾ ਕੁਝ ਗੁਰੂ ਦਿਖਾ ਦਿੰਦਾ ਹੈ। ਹੁਣ ਔਰੰਗਜ਼ੇਬ ਨੂੰ ਗੁਰੂ ਸਾਹਿਬ ਨੇ ਸ਼ੀਸ਼ਾ ਵਿਖਾ ਦਿੱਤਾ। ਗੁਰੂ ਸ਼ੀਸ਼ੇ ਕੋਲ ਔਰੰਗਜ਼ੇਬ ਆਇਆ, ਸੋਚਿਆ ਵੀ ਸ਼ਾਇਦ ਕੋਈ ਖੁਸ਼ਾਮਦੀ ਬਚਨ ਕਰਨਗੇ, ਪਰ ਗੁਰੂ ਸਾਹਿਬ ਤੇ ਬੇਪਰਵਾਹ ਨੇ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨੇ, ਉਹ ਔਰੰਗਜ਼ੇਬ ਦੀ ਖੁਸ਼ਾਮਦੀ ਦੇ ਬਚਨ ਕਿਉਂ ਬੋਲਣਗੇ? ਕਹਿਣ ਲੱਗੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਮਾਝ ਰਾਗ ਦਾ ਸ਼ਬਦ ਇਹਨਾਂ ਨੂੰ ਸੁਣਾ ਦਿਓ। ਕਿਆ ਖਾਧੈ ਕਿਆ ਪੈਦੇ ਹੋਏ, ਜਾਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਚੈ ਭੋਗ ਬਿਲਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਗੁਰੂ ਸਾਹਿਬ ਕਹਿਣ ਲੱਗੇ, ਔਰੰਗਜ਼ੇਬ ਜਿਤਨਾ ਮਰਜੀ ਵਧੀਆ ਪਦਾਰਥ ਖਾ ਲੈ, ਜਿਤਨੇ ਮਰਜੀ ਵਧੀਆ ਕੱਪੜੇ ਪਾ ਲੈ, ਭੋਗ ਬਿਲਾਸ ਕਰ ਲੈ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਕੁਝ ਮਿੱਟੀ ਹੈ, ਸਵਾਹ ਹੈ। ਤੇਰੇ ਪੱਲੇ ਕੁਝ ਵੀ ਨਹੀਂ ਹੈ ਜੇ ਤੇਰੇ ਕੋਲ ਪਰਮਾਤਮਾ ਦਾ ਨਾਮ
एक बारी सारे उच्चारण करो जी प्यार नाल, सतनाम सतनाम वाहिगुरु। जे तेरे पल्ले परमात्मा दा नाम नहीं है ना, ते फिर ये तेरा सारा कुछ जिहड़ा अडंबर है ना, ये सब बेअर्थ है, किसे भी अर्थ नहीं है, ਇਹਦਾ कोई लाभ नहीं है। जितने मर्जी वधिया खाने खा लै, ते ये उपदेश केवल औरंगजेब वास्ते नहीं सी, साडे सारियां वास्ते है। साडे वास्ते, गुरसिखां वास्ते ये उपदेश सी बई वधिया खाने खांदे हो ते गुरु नूं चेते करो। हुण ये जिहड़ी लंगर दी अरदास करन दी मर्यादा ये क्यों है? अरदास लंगर दी करन दी मर्यादा इसे वास्ते भी लंगर छकण तो पहला अरदास करो, गुरु दा शुकराना करो। धन गुरु नानक पातशाह तू किरपा कीती है, असीं ते इहदे योग नहीं सी, असीं ते इहनूं डिजर्व नहीं सी करदे। इन्ने चंगे चंगे पदार्थ, मेवे, दुध, घ्यो, हर तरह के पदार्थ सतगुरु तू साडे वास्ते मुहैया करवाए ने, असीं ते इहदे लायक नहीं सी। तू साडे उत्ते बख्शिश कीती है, रहमत कीती है, तेरा कोटान कोट शुक्र है। अरदास लंगर दी करन दा यही अर्थ हुंदा है कि गुरु दा, अकाल पुरख वाहिगुरु दा, गुरु दा शुकराना करिए। हुण नवां कपड़े, वधिया कपड़े लए ने, उस वेले भी गुरु दा शुकराना करो कि ऐ गुरुदेव, धन गुरु नानक पातशाह गुरु हरकृष्ण साहब महाराज जी, तू वधिया कपड़े दिते ने, असीं ते इहदे लायक ही नहीं सी। तू वधिया कपड़े दिते ने, तेरा कोटान कोट शुक्र है। तू सानू वधिया कारोबार दिता है, तेरा कोटान कोट शुक्र है। तू वधिया नौकरी सानू दिती है, तेरा कोटान कोट धन्नवाद है। हर गल दे उत्ते गुरु नू चेते करना, हर एक पल, हर एक क्षण गुरु दा धन्नवाद, गुरु दा शुकराना करी जाना। पर कई बार असीं सारा कुछ हुंदे होए भी 10 वस्तूले पाछे पावै, एक बसत कारण बिखोट गवावै, एक पीना दे 10 भी हिरले तो मूड़ा कहो का करे। गुरु ने अनेकां वस्तुआं सानू दित्तियां ने, पर एक चीज़ मंगी है, वो सानू नहीं मिले, असीं रुस जाने आ। गुरुद्वारे आउणा बंद करदे ने भी असीं नहीं जाना गुरुद्वारे, साडा ते काम ही नहीं होया। ते जड़ियां पहला 10 चीज़ां गुरु ने दित्तियां ने, उहनूं तू भुल गया, उहनां नूं चेते कर। हो सकदा है कि जिहड़ी चीज़ तू ऐतकी मंगी है, वो चीज़ तेरे वास्ते हानिकारक होवे, तेरे जीवन नूं साड़ के सवाह कर देवे, क्योंकि गुरु नूं पता है। जिवें छोटा बच्चा है ना, उहदी मत बड़ी छोटी है, छोटा बालक है, बलदी हुई अग, लाल ते नीली लाइट जदों निकलदी है ना, बलदी हुई अग दे विचों बड़ी सोहनी लगदी है। कदी गौर नाल देखना, बलदी हुई अग नूं गौर नाल देखो, लाल ते नीली लाइट बड़ी सोहनी लगदी, बच्चे नूं बड़ी प्यारी लगदी है। बच्चा उहदे विच हथ पाउणा चाहुंदा है, मां पिछे खिच लैंदी, बच्चा बड़ा रोंदा है, मां दे उत्ते गुस्से बड़ा हुंदा है, कचीचियां वटदा है कि मां ने हथ नहीं पाउण दिता। पर मां नूं पता है कि हथ पा लिया हथ सड़ जाएगा। हुण नाग है, काला नाग, जदों फन उहने चुक्या है ना, इस तरह करदा है ते बच्चे नूं बड़ा सोहना लगदा है। बच्चा उहदे नाल खेडना चाहुंदा है, उहनूं फड़ना चाहुंदा, मां पिछे खिच लैंदी है। बच्चा बड़ा नाराज हुंदा है, बड़ा गुस्से हुंदा है, बड़ा रोंदा है, बड़ा मां दे उत्ते नाराज हुंदा है। पर मां नूं पता है जे नाग नूं हथ ला दिता, नाग डस लेगा, बच्चे की मौत हो जाएगी। इसे तरह कई ख्वाहिशां साडियां ऐसियां हुंदियां ने जिहड़ियां साडे जीवन का अंत कर सकदियां, जिहड़ी साडे आत्मक मौत का कारण बन सकदियां ने। इस वास्ते गुरु साडी वो अरदास नहीं मनदा ते सानू हले समझ नहीं है, क्योंकि साडी अल्प मत है। साडी बुद्धि जिहड़ी है वो पूर्ण परपक्क नहीं होई। असीं ऐसियां ऐसियां चीज़ां कई बार गुरु कोलों मंग लेने, गुरु साडा माता पिता है, गुरु नहीं देंदा। गुरु नूं पता है ये मेरा बच्चा, इसदा जीवन फना हो जाएगा, इसदी आत्मक मौत हो जाएगी, नहीं देंदा। इथों सुचेत होना है, जागृत होना है। गुरु जगा रहा है कि ऐ सिखा नाराज ना हो, उस गल दे उत्ते विचार कर भी शायद जिहड़ी गल मैं मंगी सी, जिहड़ी 11वीं चीज़ मंगी सी, 10 चीज़ां ते गुरु ने दित्तियां ऑलरेडी, 11वीं चीज़ जिहड़ी मंगी नहीं मिली, तो हो सकता मेरा भला ही है।
ਜਦੋਂ ਇਹ ਵਿਚਾਰ ਕੇ ਚੱਲਾਂਗੇ ਫਿਰ ਗੁਰੂ ਨਾਲ ਕਦੀ ਨਾਰਾਜ਼ ਨਹੀਂ ਹੋਵਾਂਗੇ। ਗੁਰੂ ਅਮਰਦਾਸ ਮਹਾਰਾਜ ਤੇ ਕਦੀ ਨਾਰਾਜ਼ ਨਹੀਂ ਹੋਏ। 12 ਸਾਲ ਲਗਾਤਾਰ ਸੇਵਾ ਕਰਦੇ ਰਹੇ ਪਰ ਕਦੀ ਨਾਰਾਜ਼ ਨਹੀਂ ਹੋਏ। ਠੇਡੇ ਵੀ ਲੱਗੇ, ਲੋਕਾਂ ਨੇ ਕੁਬੋਲ ਵੀ ਬੋਲੇ ਪਰ ਕਦੀ ਨਾਰਾਜ਼ ਨਹੀਂ ਹੋਏ। ਗੁਰੂ ਸਾਹਿਬ ਦੇ ਜੀਵਨ ਤੋਂ ਅਸੀਂ ਇਹੀ ਸਿੱਖਿਆ ਲੈਣੀ ਹੈ ਵੀ ਗੁਰੂ ਸਾਹਿਬ ਨਾਲ ਕਦੀ ਰੁੱਸਣਾ ਨਹੀਂ ਹੈ, ਕਦੀ ਵੀ ਗੁੰਮਰਾਹ ਨਹੀਂ ਹੋਣਾ, ਕਿਉਂਕਿ ਗੁੰਮਰਾਹ ਕਰਨ ਵਾਲੇ ਬੜੇ ਲੋਕ, ਏਜੰਟ ਬੜੇ ਬੈਠੇ ਨੇ ਜਿਹੜੇ ਗੁਰੂ ਘਰ ਨਾਲੋਂ ਸਾਨੂੰ ਤੋੜਨਾ ਚਾਹੁੰਦੇ ਆ, ਬੜੇ ਲੋਕ ਨੇ। ਤੇ ਗੁਰੂ ਸਾਹਿਬ ਦੇ ਜਦੋਂ ਗੁਰੂ ਸਾਹਿਬ ਸਰੀਰ ਰੂਪ ਦੇ ਵਿੱਚ ਮੌਜੂਦ ਸੀ ਉਦੋਂ ਵੀ ਉਹ ਏਜੰਟ ਆਪਣਾ ਕੰਮ ਕਰਦੇ ਸੀ। ਪਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੈ, ਕਿਣਕਾ ਮਾਤਰ ਵੀ ਜਿਨ੍ਹਾਂ ਦੇ ਉੱਤੇ ਕਿਰਪਾ ਹੈ, ਉਹ ਕਦੀ ਗੁੰਮਰਾਹ ਨਹੀਂ ਹੁੰਦੇ, ਕਦੀ ਗੁਰੂ ਦਾ ਪੱਲਾ ਨਹੀਂ ਛੱਡਦੇ, ਹਮੇਸ਼ਾ ਗੁਰੂ ਦਾ ਪੱਲਾ ਫੜ ਕੇ ਰੱਖਦੇ ਨੇ। ਗੁਰੂ ਦਾ ਪੱਲਾ ਫੜਨ ਤੋਂ ਭਾਵ ਹੈ ਗੁਰੂ ਦੇ ਸ਼ਬਦ ਨਾਲ ਜੁੜੇ ਰਹਿਣਾ, ਗੁਰੂ ਦੇ ਸ਼ਬਦ ਨੂੰ ਕਦੀ ਵੀ ਨਹੀਂ ਛੱਡਣਾ, ਕਦੀ ਵੀ ਗੁਰੂ ਦੇ ਸ਼ਬਦ ਤੋਂ ਦੂਰ ਨਹੀਂ ਹੋਣਾ, ਹਮੇਸ਼ਾ ਗੁਰੂ ਦਾ ਪੱਲਾ ਫੜ ਕੇ ਰੱਖਣਾ ਹੈ, ਹਮੇਸ਼ਾ ਗੁਰਬਾਣੀ ਦੇ ਨਾਲ ਜੁੜੇ ਰਹਿਣਾ ਹੈ। ਇਹੀ ਉਪਦੇਸ਼ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਸਾਨੂੰ ਦਿੱਤਾ ਹੈ ਕਿ ਇਹ ਗੁਰੂ ਕੇ ਸਿੱਖੋ, ਗੁਰਬਾਣੀ ਨੂੰ ਹੀ ਆਪਣਾ ਸਾਰਾ ਕੁਝ ਮੰਨਣਾ ਹੈ। ਸੰਸਾਰ ਦੀਆਂ ਸਭ ਚੀਜ਼ਾਂ ਝੂਠੀਆਂ ਨੇ। ਕੱਲ ਜੋ ਸ਼ਬਦ ਸਤਿਕਾਰਯੋਗ ਹੈਡਗੰਤੀ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਜੀ ਨੇ ਜੋ ਆਪ ਜੀ ਨੂੰ ਕੱਲ ਸ਼ਬਦ ਦੀ ਵਿਆਖਿਆ ਸ਼ਰਵਣ ਕਰਵਾਈ ਸੀ, ਨਰੂ ਮਰੇ ਨਰ ਕਾਮ ਨੇ ਆਵੇ, ਉਸੇ ਦੇ ਆਧਾਰ ਤੇ ਹੀ ਇਹ ਅਗਲਾ ਸ਼ਬਦ ਹੈ। ਸੰਸਾਰ ਦੇ ਅੰਦਰ ਜਿਹੜੀਆਂ ਚੀਜ਼ਾਂ ਨੇ ਨਾ, ਜਿਹੜੀਆਂ ਅਸੀਂ ਕਮਾਉਨੇ ਆ, ਇਹ ਸਾਰੀਆਂ ਦੀਆਂ ਸਾਰੀਆਂ ਨਾਸ਼ਵਰ ਨੇ, ਅੱਜ ਹੈ ਨੇ ਕੱਲ ਨਹੀਂ ਨੇ। ਬੜੇ ਬੜੇ ਰਾਜੇ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਦਾ ਰਾਜ ਜਿਨ੍ਹਾਂ ਨੇ ਕਮਾਇਆ ਹੈ, ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ। ਹਮਰੋ ਗੁਰੂ ਸਾਹਿਬ ਭਗਤ ਨਾਮਦੇਵ ਜੀ ਦਾ ਇਹ ਪਾਵਨ ਸ਼ਬਦ ਹੈ। ਕਹਿੰਦੇ ਨੇ ਉਹ ਲੋਕ ਜਿਨ੍ਹਾਂ ਨੇ ਬੜੀਆਂ ਗਹਿਰੀਆਂ ਨੀਹਾਂ ਖੋਦੀਆਂ, ਬਈ ਬੜੀ ਚੌੜੀ ਤੇ ਬੜੀ ਗਹਿਰੀ ਨੀਂਹ ਖੋਦੋ, ਇਹਦੇ 'ਚ ਬੜੇ ਵਧੀਆ ਸਰੀਆ ਪਾ ਕੇ ਮਸਾਲਾ ਭਰ ਕੇ ਤੇ ਫਿਰ ਨੀਂਹ ਭਰੋ, ਬਈ ਜਿੰਨੇ ਮਰਜੀ ਭਾਵੇਂ ਭੁਚਾਲ ਆ ਜਾਣ, ਇਹ ਬਿਲਡਿੰਗ ਕਦੀ ਨਾ ਡਿੱਗੇ। ਪਰ ਗੁਰੂ ਸਾਹਿਬ ਸੁਚੇਤ ਕਰਦੇ ਨੇ ਬਈ ਇਹ ਮਨੁੱਖ ਕਦੀ ਆਪਣੀ ਨੀਂਹ ਵੱਲ ਵੀ ਵੇਖਿਆ ਹੀ? ਜਿਹੜੀ ਤੇਰੀ ਆਪਣੀ ਨੀਂਹ ਹੈ ਇਹ ਕਾਹਦੇ ਉੱਤੇ ਟਿਕੀ ਹੋਈ ਹੈ? ਆਪਣੀ ਨੀਂਹ ਦੇ ਵੱਲ ਵੀ ਬਾਰ-ਬਾਰ ਧਿਆਨ ਦੇ, ਕਿਉਂਕਿ ਤੇਰੀ ਨੀਂਹ ਜਿਹੜੀ ਹੈ ਇਹ ਪਾਣੀ ਦੇ ਉੱਤੇ ਟਿਕੀ ਹੈ। ਇਹ ਸਰੀਰ ਤੇਰਾ 5 ਤੱਤਾਂ ਦਾ ਬਣਿਆ। 5 ਤੱਤਾਂ ਦੀ ਗੱਲ ਭਗਤ ਸਾਹਿਬ ਜੀ ਨੇ, ਬਾਬਾ ਕਬੀਰ ਸਾਹਿਬ ਜੀ ਨੇ ਅੱਜ ਦੇ ਸ਼ਬਦ ਵਿੱਚ ਕੀਤੀ ਹੈ ਵੀ ਇਹ ਜਿਹੜੇ 5 ਤੱਤ ਨੇ, 5 ਤੱਤਾਂ ਦੇ ਵਿੱਚ ਮਿੱਟੀ, ਪਾਣੀ, ਹਵਾ, ਅਗਨ, ਇਹ 5 ਤੱਤ ਨੇ। ਇਹਨਾਂ ਦੇ ਉੱਤੇ ਤੇਰਾ ਸਰੀਰ ਟਿਕਿਆ ਤੇ ਸਾਰੇ ਦੇ ਸਾਰੇ ਨਾਸ਼ਵਰ ਨੇ। ਨਾ ਅੱਗ ਰਹਿਣ ਵਾਲੀ ਹੈ, ਨਾ ਪਾਣੀ ਰਹਿਣ ਵਾਲਾ ਹੈ, ਨਾ ਹਵਾ ਰੁਕਣ ਵਾਲੀ ਹੈ, ਨਾ ਮਿੱਟੀ ਰੁਕਣ ਵਾਲੀ ਹੈ। ਮਿੱਟੀ ਨੇ ਮਿੱਟੀ 'ਚ ਮਿਲ ਜਾਣਾ ਹੈ, ਅੱਗ ਨੇ ਅੱਗ 'ਚ ਮਿਲ ਜਾਣਾ ਹੈ, ਹਵਾ ਨੇ ਹਵਾ 'ਚ ਮਿਲ ਜਾਣਾ, ਅਗਨ ਨੇ ਅਗਨ ਵਿੱਚ ਮਿਲ ਜਾਣਾ। ਤੇਰਾ ਵਜੂਦ ਕਿੱਥੇ ਹੈ? ਕੇਵਲ ਆਪਣੇ ਮਕਾਨਾਂ ਦੀਆਂ ਨੀਹਾਂ ਹੀ ਪੱਕੀਆਂ ਨਾ ਕਰਦਾ ਰਹਿ ਜੀ, ਆਪਣੇ ਆਪ ਦੀ ਨੀਂਹ ਨੂੰ ਵੀ ਪੱਕਾ ਕਰਨ ਦੀ ਸੋਚੀ। ਕਿਉਂਕਿ ਭਗਤ ਕਬੀਰ ਸਾਹਿਬ ਜੀ ਸਾਨੂੰ ਬਾਰ-ਬਾਰ ਸੁਚੇਤ ਕਰਦੇ ਨੇ, ਬਾਰ-ਬਾਰ ਸਾਨੂੰ ਮੋਹ ਮਾਇਆ ਦੀ ਗਹਿਰੀ ਨੀਂਦ ਦੇ ਵਿੱਚੋਂ ਜਗਾਉਂਦੇ ਨੇ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ। ਇਹ ਮਿੱਟੀ ਦਾ ਪੁਤਲਾ ਹੈ ਤੇ ਮਿੱਟੀ ਦੇ ਵਿੱਚ ਹੀ ਅਖੀਰ ਇਹਨੇ ਮਿਲ ਜਾਣਾ। ਤੇ ਇਤਨੀ ਮਾਇਆ ਦੇ ਪਿੱਛੇ ਐ ਮਨੁੱਖ ਤੂੰ ਕਿਉਂ ਦੌੜ ਭੱਜ ਕਰ ਰਿਹਾ? ਕਿਉਂ ਇਤਨੀ ਆਫਤ ਵਿੱਚ ਫਸਿਆ ਹੈ? ਜਿੱਥੇ ਮਾਇਆ ਕਮਾ ਰਿਹਾ ਹੈ ਉੱਥੇ ਨਾਮ ਵੀ ਕਮਾ, ਉੱਥੇ ਨਾਮ ਦੇ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰ, ਗੁਰੂ ਘਰ ਨਾਲ ਜੁੜਨ ਦੀ ਕੋਸ਼ਿਸ਼ ਕਰ। ਜਿੱਥੇ ਹਰੇਕ ਕਾਰੋਬਾਰ ਵਾਸਤੇ ਸਮਾਂ ਕੱਢਦਾ ਨਾ। ਅਸੀਂ ਕਈ ਵਾਰ ਇੱਕ ਗੱਲ ਕਰਦੇ ਹਾਂ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇੱਕ ਬੜੀ ਸੋਹਣੀ ਸਾਖੀ ਵੀ ਆਉਂਦੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਦੀ।
ਕਿ ਗੁਰੂ ਸਾਹਿਬ ਨੂੰ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਜਦੋਂ ਸਿੱਖਾਂ ਨੇ ਕਿਹਾ ਸੀ ਨਾ ਕਿ ਸਤਿਗੁਰੂ ਬਾਣੀ ਪੜ੍ਹਦੇ ਆ ਪਰ ਬਾਣੀ ਪੜ੍ਹਦਿਆਂ ਰਸ ਨਹੀਂ ਆਉਂਦਾ, ਤੇ ਗੁਰੂ ਸਾਹਿਬ ਨੇ ਪੁੱਛਿਆ ਸੀ ਫਿਰ ਕੀ ਕਰਦੇ ਹੋ? ਕਹਿੰਦੇ ਜੀ ਬਾਣੀ ਪੜ੍ਹਨੀ ਛੱਡ ਦਿੱਤੀ ਹੈ। ਗੁਰੂ ਸਾਹਿਬ ਕਹਿੰਦੇ ਬਾਣੀ ਪੜ੍ਹਨੀ ਛੱਡ ਦਿੱਤੀ ਫਿਰ ਰਸ ਆ ਗਿਆ ਜੀਵਨ ਵਿੱਚ? ਕਹਿੰਦੇ ਨਹੀਂ। ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹ ਬਹੁਤ ਸਿੱਖਿਆਦਾਇਕ ਸਾਖੀ ਹੈ। ਗੁਰੂ ਸਾਹਿਬ ਕਹਿਣ ਲੱਗੇ ਕਿ ਐ ਮਨੁੱਖ, ਐ ਗੁਰੂ ਕੇ ਪਿਆਰਿਆ, ਤੂੰ ਰੋਜ਼ਾਨਾ ਆਪਣੀ ਦੁਕਾਨ ਦੀ ਗੱਦੀ ਉੱਤੇ ਬੈਠਦਾ ਹੈ, ਕਈ ਘੰਟੇ ਬੈਠਦਾ ਹੈ, ਤੇ ਕੀ ਤੇਰਾ ਮਨ ਕਰਦਾ ਹੈ ਕਿ ਤੂੰ ਰੋਜ਼ਾਨਾ ਗੱਦੀ ਉੱਤੇ ਬੈਠੇ? ਕਹਿੰਦਾ ਜੀ ਮਨ ਤੇ ਨਹੀਂ ਕਰਦਾ, ਪਰ ਇਹ ਸਾਡੇ ਜੀਵਨ ਦੀ ਲੋੜ ਹੈ। ਜੇ ਗੱਦੀ ਤੇ ਨਹੀਂ ਬੈਠਾਂਗੇ ਪਤਾ ਨਹੀਂ ਗ੍ਰਾਹਕ ਕਿਹੜੇ ਵੇਲੇ ਆ ਜਾਣਾ, ਇਸ ਕਰਕੇ ਸਾਰਾ ਦਿਨ ਗੱਦੀ ਤੇ ਬੈਠੇ ਰਹਿੰਦੇ, ਸਾਡੀ ਲੋੜ ਹੈ। ਫਿਰ ਜ਼ਿਮੀਂਦਾਰ ਨੂੰ ਪੁੱਛਿਆ ਵੀ ਇਹ ਜ਼ਿਮੀਂਦਾਰ ਕਿਸਾਨ ਵੀਰਾ, ਤੂੰ ਅੱਤ ਦੇ ਪਾਲੇ ਦੇ ਵਿੱਚ, ਅੱਤ ਦੀ ਠੰਡ ਪੈਂਦੀ ਹੈ, ਕੋਹਰਾ ਪੈਂਦਾ ਹੈ, ਅੱਤ ਦੀ ਠੰਡ ਵਿੱਚ ਜਦੋਂ ਆਮ ਬੰਦਿਆਂ ਦਾ ਰਜਾਈ ਵਿੱਚੋਂ ਮੂੰਹ ਕੱਢਣ ਨੂੰ ਮਨ ਨਹੀਂ ਕਰਦਾ, ਤੂੰ ਉਸ ਵੇਲੇ ਆਪਣੀ ਖੇਤੀ ਨੂੰ ਪਾਣੀ ਲਾਉਣ ਜਾਂਦਾ, ਤੇਰਾ ਮਨ ਕਰਦਾ ਹੈ? ਕਹਿੰਦਾ ਮਨ ਤੇ ਨਹੀਂ ਕਰਦਾ, ਪਰ ਲੋੜ ਹੈ। ਤੇ ਫਿਰ ਵਪਾਰੀ ਸੱਜਣ ਨੂੰ ਪੁੱਛਿਆ ਵੀ ਤੂੰ ਕਈ ਦਿਨ ਘਰੋਂ ਬਾਹਰ ਰਹਿਣਾ ਹੈ, ਤੇਰਾ ਮਨ ਕਰਦਾ ਹੈ ਕਿ ਮਹੀਨਿਆਂ ਬੱਧੀ ਘਰੋਂ ਬਾਹਰ ਰਹੇ? ਕਹਿੰਦੇ ਜੀ ਜੀਵਨ ਦੀ ਲੋੜ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਗੁਰੂ ਕੇ ਪਿਆਰਿਆ, ਜਿਸ ਦਿਨ ਤੂੰ ਬਾਣੀ ਨੂੰ ਆਪਣੀ ਲੋੜ ਬਣਾ ਲਏਗਾ, ਉਸ ਦਿਨ ਭਾਵੇਂ ਰਸ ਆਵੇ ਤੇ ਭਾਵੇਂ ਰਸ ਨਾ ਆਵੇ, ਤੂੰ ਬਾਣੀ ਜ਼ਰੂਰ ਪੜ੍ਹੇਗਾ। ਉਸ ਦਿਨ ਤੈਨੂੰ ਐਸਾ ਪ੍ਰਤੀਤ ਹੋਏਗਾ ਕਿ ਸਵੇਰੇ ਮੈਂ 5 ਬਾਣੀਆਂ ਜ਼ਰੂਰ ਪੜ੍ਹਨੀਆਂ, ਜੇ ਸਵੇਰੇ ਨਹੀਂ ਪੜ੍ਹ ਸਕਿਆ, ਜੇ ਦੁਪਹਿਰੇ ਟਾਈਮ ਮਿਲਿਆ ਤੇ ਦੁਪਹਿਰੇ ਪੜ੍ਹ ਲੈ, ਜੇ ਸ਼ਾਮੀ ਟਾਈਮ ਮਿਲਿਆ ਤੇ ਸ਼ਾਮੀ ਕਰ ਲਾ 5 ਪੂਰੀਆਂ, ਕਿਉਂਕਿ ਜੀਵਨ ਦੀ ਇਹ ਲੋੜ ਹੈ। ਸਤਿਗੁਰ ਕਹਿੰਦੇ ਜਿਸ ਦਿਨ ਜੀਵਨ ਦੀ ਇਹ ਲੋੜ ਬਣ ਗਈ ਨਾ ਗੁਰਬਾਣੀ, ਇੱਕ ਦਿਨ ਫਿਰ ਇਹਦੇ ਵਿੱਚੋਂ ਰਸ ਵੀ ਆਉਣਾ ਸ਼ੁਰੂ ਹੋ ਜਾਏਗਾ। ਜਿਵੇਂ ਸੰਸਾਰਕ ਕੰਮ ਧੰਦਿਆਂ ਦੇ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ ਨਾ, ਇਸੇ ਤਰ੍ਹਾਂ ਫਿਰ ਬਾਣੀ ਦੇ ਵਿੱਚੋਂ ਵੀ ਸਾਨੂੰ ਰਸ ਆਉਣਾ ਸ਼ੁਰੂ ਹੋ ਜਾਏਗਾ। ਬਾਬਾ ਕਬੀਰ ਸਾਹਿਬ ਜੀ ਦਾ ਇਹ ਪਾਵਨ ਸ਼ਬਦ, ਆਨੰਦ ਮੂਲ ਸਦਾ ਪੁਰਖੋਤਮ, ਘਟ ਬਿਨਸੈ ਗਗਨ ਨਾ ਜਾਏ ਲੇ। ਸੁੱਖਾਂ ਦਾ ਮੂਲ ਪਰਮ ਪਿਤਾ ਪਰਮਾਤਮਾ, ਜੋ ਸਦੀਵੀ ਸੁੱਖ ਸਾਨੂੰ ਦਿੰਦਾ ਹੈ, ਘਟ ਬਿਨਸੈ ਗਗਨ ਨਾ ਜਾਏ ਲੇ। ਇਹ ਸਰੀਰ ਖਤਮ ਹੋ ਜਾਂਦਾ ਹੈ, ਪਰ ਪਰਮਾਤਮਾ ਦੀ ਜਿਹੜੀ ਅੰਦਰ ਜੋਤ ਹੈ ਉਹ ਕਦੀ ਵੀ ਖਤਮ ਨਹੀਂ ਹੁੰਦੀ। ਉਹ ਇੱਕ ਸਰੀਰ ਚੋਂ ਦੂਸਰੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਮੋਹੇ ਬੈਰਾਗ ਭਇਓ, ਇਹ ਜਿਉ ਆਏ ਕਹਾਂ ਗਇਓ। ਕਬੀਰ ਸਾਹਿਬ ਕਹਿੰਦੇ ਨੇ ਮੇਰਾ ਮਨ ਜਿਹੜਾ ਹੈ ਨਾ ਉਹ ਵੈਰਾਗੀ ਹੋ ਗਿਆ, ਉਦਾਸੀਨ ਹੋ ਗਿਆ ਹੈ। ਮੈਂ ਇਹ ਸੋਚਦਾ ਹਾਂ ਬਾਰ-ਬਾਰ ਕਿ ਇਹ ਜਿਹੜੇ ਸਰੀਰ ਨਾਸ਼ ਹੋਣ ਤੋਂ ਬਾਅਦ ਜਿਹੜੀ ਅੰਦਰ ਜਿੰਦ ਹੈ ਇਹ ਕਿੱਥੇ ਚਲੀ ਜਾਂਦੀ ਹੈ। ਇਹ ਵੀ ਇੱਕ ਸੋਚਣ ਦਾ, ਵਿਚਾਰਨ ਦਾ ਵਿਸ਼ੇ ਹੈ। ਜਦੋਂ ਕੋਈ ਗੁਰੂ ਕਾ ਪਿਆਰਾ ਬਾਣੀ ਪੜ੍ਹਦਾ ਹੈ ਨਾ, ਤੇ ਫਿਰ ਉਹ ਕਈ ਵਾਰ ਜਦੋਂ ਲੇਟਿਆ ਹੋਵੇ ਨਾ ਅੱਖਾਂ ਮੀਟ ਕੇ, ਤੇ ਫਿਰ ਉਹਦੇ ਮਨ ਵਿੱਚ ਐਸੀਆਂ ਵਿਚਾਰਾਂ ਆਉਂਦੀਆਂ ਨੇ ਵੀ ਆਏ ਕਿੱਥੋਂ ਆ ਤੇ ਮਰਨ ਤੋਂ ਬਾਅਦ ਜਾਣਾ ਕਿੱਥੇ ਹੈ। ਐਸੀ ਵਿਚਾਰ ਮਨ ਵਿੱਚ ਆਉਣ ਦਾ ਅਰਥ ਇਹ ਹੀ ਹੈ ਕਿ ਪਰਮਾਤਮਾ ਦੇ ਨਾਲ, ਗੁਰੂ ਦੇ ਨਾਲ ਸਾਡੀ ਲਿਵ ਜੁੜਨੀ ਸ਼ੁਰੂ ਹੋ ਗਈ ਹੈ। ਇੱਕ ਕਦਮ ਅਸੀਂ ਤੁਰ ਪਏ ਹਾਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਮੋਹੇ ਬੈਰਾਗ ਭਇਓ, ਇਹ ਜਿਉ ਆਏ ਕਹਾਂ ਗਇਓ। ਕਹਿੰਦੇ ਮੇਰਾ ਮਨ ਵੈਰਾਗੀ ਹੋ ਗਿਆ ਹੈ, ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹ ਜਿਹੜੀ ਜਿੰਦ ਹੈ ਕਿੱਥੋਂ ਆਈ ਤੇ ਫਿਰ ਸਰੀਰ ਦੇ ਖਤਮ ਹੋਣ ਤੋਂ ਬਾਅਦ ਕਿੱਥੇ ਚਲੀ ਗਈ। ਪੰਚ ਤਤ ਮਿਲਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ। ਬਾਬਾ ਕਬੀਰ ਸਾਹਿਬ ਜੀ ਕਹਿ ਰਹੇ ਨੇ ਵੀ ਇਹ ਸਰੀਰ ਜਿਹੜਾ ਹੈ ਨਾ 5 ਤੱਤਾਂ ਤੋਂ ਬਣਿਆ ਹੋਇਆ, ਆਪਾਂ ਸਾਰੇ ਕਹਿੰਦੇ ਤੇ ਸਾਰੇ ਹੀ ਜਾਣਦੇ ਆ। ਤਤ ਕਹਾਂ ਤੇ ਕੀਨ ਰੇ। ਤੇ ਕਹਿੰਦੇ ਭਾਈ ਇਹ ਤੇ ਦੱਸੋ ਵੀ ਇਹ ਤਤ ਜਿਹੜੇ 5 ਤਤ ਆ ਇਹ ਕਿੱਥੋਂ ਆਏ ਨੇ। ਸਮਝਣ ਵਾਲੀ ਬਾਤ ਹੈ। ਕਬੀਰ ਸਾਹਿਬ ਕਹਿੰਦੇ ਨੇ ਬਈ 5 ਤੱਤਾਂ ਤੋਂ ਸਰੀਰ ਬਣਿਆ, ਸਾਰੇ ਕਹਿੰਦੇ ਨੇ ਤੇ ਸਾਰਿਆਂ ਨੂੰ ਪਤਾ ਹੈ। ਤੇ ਇਹ 5 ਤਤ ਆਏ ਕਿੱਥੋਂ ਨੇ। ਕਰਮ ਬਦ ਤੁਮ ਜਿਉ ਕਹਿਤ ਹੋ, ਕਰਮੈ ਕਿਨ ਜਿਉ ਦੀਨ ਰੇ। ਤੇ ਫਿਰ ਆਪਾਂ ਅਗਲੀ ਗੱਲ ਇਹ ਕਹਿੰਦੇ ਆ ਬਈ ਜਿਹੜਾ ਸਰੀਰ ਹੈ ਸਾਨੂੰ ਕਰਮਾਂ ਦੇ ਅਨੁਸਾਰ ਮਿਲਦਾ ਹੈ। ਤੇ ਸਭ ਤੋਂ ਪਹਿਲਾਂ ਜਦੋਂ ਸਰੀਰ ਬਣਿਆ ਸੀ ਉਦੋਂ ਕਰਮ ਕਿੰਨੇ ਕੀਤੇ। ਹੁਣ ਇਹਦੇ ਅੰਦਰ ਬੜੀ
खोज वाली बात है, गहराई की गल कही है बाबा कबीर साहब जी ने। बई अकाल पुरख वाहिगुरु ने सब तो पहला शरीर बनाया, ते शरीर दे विच जोत भी अकाल पुरख वाहिगुरु ने अपनी टिकाई, ते कर्म भी फिर उन्हें ही कीते ना, असीं ते कोई नहीं कीते। सब तो पहला जिहड़ा कर्म सी वो अकाल पुरख वाहिगुरु ने आप ही कर्म कीते, आप ही सारा कुछ है। हर में तन है, तन में हर है, सर्व निरंतर सोए रे। अकाल पुरख वाहिगुरु साडे शरीर दे अंदर है, तन में हर है, हरी दे विच शरीर है, शरीर दे विच हरी है, सर्व निरंतर सोए रे। सबना दे अंदर परम पिता परमात्मा दी जोत जिहड़ी है वो व्यापक है। सबै घट राम बोलै, राम बिना को बोलै रे। राम अकाल पुरख वाहिगुरु, अकाल पुरख वाहिगुरु तो बिना कुछ भी नहीं है। सारा कुछ जिहड़ा पसारा है ये अकाल पुरख वाहिगुरु दा अपना ही है। कह कबीर राम नाम ना छोड़ो, सहजे होए सो होए रे। कबीर साहब कहते ने मैनू ये गल समझ आ गई है कि ये सारा कुछ जो पसारा है ना ये अकाल पुरख वाहिगुरु दा ही है। अकाल पुरख वाहिगुरु तो बिना ना ही ते कर्म बने ने, ना ही शरीर बनया है, ना ही पंज तत्त बने ने। पंज तत्त किने बनाए? अकाल पुरख ने बनाए हैं, असी तो नहीं बनाए ना। कबीर साहब कहते ने ये साडी अकल जिहड़ी है ना, साडा ज्ञान जिहड़ा है, इस ज्ञान तो बहुत उच्ची गल है, साडी समझ तो परे है। इस वास्ते मैं इहदे बारे सोचना बंद कर दिता है। कहते मैं सारा कुछ छड्ड दिता है, राम ना छोड़ो। कह कबीर राम नाम ना छोड़ो। कहते ने मैं केवल ते केवल राम अकाल पुरख वाहिगुरु दा पल्ला घुट के फड़ लिया है। मैं वाहिगुरु दे पल्ले नूं नहीं छड्डांगा, क्योंकि अकाल पुरख वाहिगुरु ही सब जगह रमिया होया है। अकाल पुरख वाहिगुरु ही सारे संसार दे अंदर ओदी ही जोत विद्यमान है, वही कर्म करा रहा है, सारा कुछ वो आप ही करवा रहा है। तो फिर ओदा ही पल्ला फड़िए, ओदा ही नाम हमेशा सिमरिए, उसे नूं ही चेते करिए। सर्बे एक अनेकै स्वामी, सब घट भुगवै सोई। कह रविदास हाथ पै नेरे, सहजे होए सो होई। बाबा रविदास जी कहते ने वो अकाल पुरख वाहिगुरु सारियां दे विच आप ही भोग रहा है, आप ही भुगत रहा है, तो आप ही भोग रहा है। तो फिर ओदा पल्ला क्यों छड्डिए? क्योंकि सारा कुछ वही है। अखीर जड़ी सूई है वो अकाल पुरख वाहिगुरु दे उत्ते आके टिकदी है। तो फिर कबीर साहब जिन्हां दा ये पावन शब्द अज दा यही उपदेश सानू देंदे ने कि भाई इधर उधर भटकण दी बजाए जिहड़ा सदीवी सुख देण वाला मालक है अकाल पुरख वाहिगुरु, ओदा पल्ला फड़िए, गुरु दे लड़ लगिए। क्योंकि गुरु दा पल्ला फड़न दे नाल अकाल पुरख वाहिगुरु दी बख्शिश सानू प्राप्त हुंदी है। सतगुरु कृपा करे इतनी सेवा प्रवान करनी, होइयां बेअंत भुल्लां नूं बख्श लेना जी। निमरता सहित गुरु फतेह प्रवान करो जी। वाहिगुरु जी का खालसा, वाहिगुरु जी की फतेह।